ਤਾਂ ਪੰਜਾਬ 'ਚ ਕਿਸ ਦੀ ਸਰਕਾਰ ਬਣੇਗੀ ਇਹ ਤਸਵੀਰ ਤਾਂ 11 ਮਾਰਚ ਨੂੰ ਸਾਫ਼ ਹੋਏਗੀ, ਪਰ ਉਸ ਤੋਂ ਪਹਿਲਾਂ ਜੀ ਪੰਜਾਬ ਹਣਾ ਹਿਮਾਚਲ ਸਭ ਤੋਂ ਭਰੋਸੇਮੰਦ ਐਗਜ਼ਿਟ ਪੋਲ ਦੇ ਜ਼ਰੀਏ ਪੰਜਾਬ 'ਚ ਬਣ ਰਹੀ ਵਜ਼ਾਰਤ ਦੀ ਤਸਵੀਰ ਬਿਆਨ ਕਰ ਰਿਹਾ ਤੇ ਇਸ ਦੇ ਨਾਲ ਹੀ ਇਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕਿਹੜੇ ਮੁੱਦੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਵੀ ਰਹੇ ਤੇ ਜਨਤਾ ਨੇ ਕਿੰਨਾ ਮੁੱਦਿਆਂ ਦਾ ਅਸਰ ਕਬੂਲਿਆ। लगातार वो मुद्दे भावें उस सूबे की कानून व्यवस्था का मुद्दा होवे जिसनूं लगातार सवालों के विच लिआंदा गया। इस दौरान नाभा जेल ब्रेक कांड होया, गैंगवार दी वारदातां वधियां, किसानी का मुद्दा गौरव जिहड़ा है अहम रहा, किसानां दी खुदकुशी का मुद्दा, इस तो इलावा धार्मिक ग्रंथ की बेअदबी का मुद्दा, ये बहुत सारे मुद्दे सी जिहड़े इन्हां चोणां दे विच हावी रहे ते जिहड़ी भी सरकार अगली बनदी है ਉਹ ਸਰਕਾਰ ਦੇ ਲਈ ਇਹ ਇੱਕ ਵੱਡੀ ਚੁਣੌਤੀ ਦੇ ਤੌਰ ਤੇ ਅੱਗੇ ਖੜੇ ਹੋਣਗੇ ਕਿਉਂਕਿ ਇਹਨਾਂ ਨੂੰ ਹੱਲ ਕਰਨਾ ਜਿਹੜਾ ਇਸ ਸਰਕਾਰ ਦੇ ਲਈ ਜੇ ਮੁਸ਼ਕਿਲ ਜ਼ਰੂਰ ਰਹੇਗਾ, ਨਾਮੁਮਕਿਨ ਨਹੀਂ ਤਾਂ ਮੁਸ਼ਕਿਲ ਤਾਂ ਜ਼ਰੂਰ ਹੋਏਗਾ। ਜੀ ਬਿਲਕੁਲ, ਸਭ ਨਾਲੋਂ ਵੱਡਾ ਮੁੱਦਾ ਚਾਹੇ ਆਪਾਂ ਬਹੁਤ ਸਾਰੇ ਮੁੱਦੇ ਨੇ ਪਰ ਉਸ ਦੇ ਵਿੱਚ ਡਰੱਗਸ ਦਾ ਮੁੱਦਾ ਬਹੁਤ ਵੱਡਾ ਹੈ। ਉਹ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਵੱਡੀ ਗਿਣਤੀ 'ਚ ਨੌਜਵਾਨ ਨੇ। ਇਹ ਮੁੱਦਾ ਕਿੰਨਾ ਹਾਵੀ ਰਿਹਾ ਹੈ, ਇਸ ਮੁੱਦੇ ਨੂੰ ਲੈ ਕੇ ਕਿੰਨੀ ਕੁ ਵੋਟਿੰਗ ਹੋਈ, ਉਸ ਤੋਂ ਬਾਅਦ ਧਾਰਮਿਕ ਗ੍ਰੰਥ ਦੀ ਬੇਅਦਬੀ, ਜਿਸ ਤਰ੍ਹਾਂ ਲਗਾਤਾਰ ਜਿਹੜੀਆਂ ਇਹ ਖਬਰਾਂ ਘਟਨਾਵਾਂ ਸਾਹਮਣੇ ਆਈਆਂ ਉਸ ਨੂੰ ਲੈ ਕੇ ਕਿਹੋ ਜਿਹਾ ਰੋਸ ਸੀ ਜਾਂ ਫਿਰ ਉਸ ਨੂੰ ਵੀ ਲੈ ਕੇ ਵੋਟਿੰਗ ਹੋਈ ਹੈ ਜਾਂ ਨਹੀਂ ਹੋਈ ਹੈ। ਹਾਲਾਂਕਿ ਇਹ ਨਤੀਜੇ ਕਲੀਅਰ ਕਰਨਗੇ ਪਰ ਬਹੁਤ ਸਾਰੇ ਮੁੱਦੇ ਅਜਿਹੇ ਪੰਜਾਬ ਦੇ ਵਿੱਚ ਰਹੇ ਪਿਛਲੇ ਕੁਝ ਸਮੇਂ ਦੇ ਵਿੱਚ ਜਿਸ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਵਿੱਚ ਲਾਅ ਐਂਡ ਆਰਡਰ ਦਾ ਮੁੱਦਾ ਬਹੁਤ ਵੱਡਾ ਸੀ, ਹਲਕਾ ਇੰਚਾਰਜਾਂ ਦਾ ਜ਼ਿਕਰ ਬਹੁਤ ਹੋਇਆ, ਅਕਾਲੀ ਦਲ ਦੇ ਹਲਕਾ ਇੰਚਾਰਜਿਸ ਦਾ। ਉਸ ਤੋਂ ਬਾਅਦ ਡਰੱਗਸ ਦਾ ਮੁੱਦਾ ਤਾਂ ਇੱਕ ਲੰਮੇ ਵੇਲੇ ਤੋਂ ਤੁਸੀਂ ਕਹਿ ਸਕਦੇ ਹੋ ਕਿ ਤਕਰੀਬਨ ਇੱਕ ਦਹਾਕੇ ਤੋਂ ਪੰਜਾਬ ਦੇ ਵਿੱਚ ਇੱਕ ਵੱਡਾ ਇਸ਼ੂ ਜ਼ਰੂਰ ਬਣਿਆ ਹੋਇਆ ਹੈ। ਪਰ ਦੇਖਣਾ ਹੋਵੇਗਾ ਕਿ ਕਿਹੜੇ ਮੁੱਦੇ ਨੇ ਜਿਨ੍ਹਾਂ ਉੱਤੇ ਲੋਕਾਂ ਨੇ ਵੋਟਿੰਗ ਕੀਤੀ ਹੈ ਕਿਉਂਕਿ ਜਿਹੜੇ ਡਰੱਗਸ ਦੇ ਮੁੱਦੇ ਹੋਣ ਜਾਂ ਫਿਰ ਧਾਰਮਿਕ ਬੇਅਦਬੀ ਦੇ ਮਾਮਲੇ ਹੋਣ, ਕਾਨੂੰਨ ਵਿਵਸਥਾ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਸਰਕਾਰ ਕੋਈ ਵੀ ਨਵੀਂ ਬਣੇ 11 ਮਾਰਚ ਨੂੰ ਜੋ ਨਤੀਜੇ ਸਾਹਮਣੇ ਆਉਣਗੇ ਵੱਡੀ ਚੁਣੌਤੀ ਉਹਨਾਂ ਸਾਹਮਣੇ ਜ਼ਰੂਰ ਹੋਵੇਗੀ ਕਿਉਂਕਿ ਜੇਕਰ ਬਲਵਿੰਦਰ ਦੇਖਿਆ ਜਾਵੇ ਤਾਂ ਹਰ ਸਿਆਸੀ ਪਾਰਟੀ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ ਦਾਅਵੇ ਬਹੁਤ ਵੱਡੇ ਕੀਤੇ ਨੇ ਕਿ ਡਰੱਗਸ 4 ਹਫ਼ਤਿਆਂ 'ਚ ਖਤਮ ਕਰਨ ਦਾ ਦਾਅਵਾ ਵੀ ਹੋਇਆ ਤੇ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਮੁਲਜ਼ਮਾਂ ਤੱਕ ਪਹੁੰਚਣ ਦਾ ਦਾਅਵਾ ਵੀ। ਜਿਹੜੀ ਕੀਤੀ ਗੌਰਵ ਡਰੱਗਸ ਦੇ ਜਿਹੜੇ ਆંકੜੇ ਸੀ ਉਸ ਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਜਿਹੜੀ ਹੈ ਰਾਏ ਅਲੱਗ-ਅਲੱਗ ਦੇਖਣ ਨੂੰ ਮਿਲੀ ਹੈ। ਕੋਈ 70% ਕਹਿ ਰਿਹਾ ਸੀ ਕੋਈ ਡਰੱਗ ਨਸ਼ੇੜੀ ਨੇ ਲੋਕ, ਕੋਈ ਕੁਝ ਅੰਕੜੇ ਦੇ ਰਿਹਾ ਸੀ। ਸਰਕਾਰ ਨੇ ਜਿਹੜਾ ਸਰਵੇ ਕਰਾਇਆ ਉਸ ਦੇ ਵਿੱਚ 2% ਤੋਂ ਵੀ ਘੱਟ ਜਿਹੜਾ ਹੈ ਇਹ ਕਿਹਾ ਗਿਆ ਕਿ 2% ਤੋਂ ਵੀ ਘੱਟ ਨੌਜਵਾਨ ਨੇ ਜਿਹੜੇ ਨਸ਼ੇ ਕਰਦੇ ਨੇ। ਤਾਂ ਪਰ ਜਿਹੜੀ ਹੁਣ ਨਵੀਂ ਸਰਕਾਰ ਆਏਗੀ ਉਸ ਨੂੰ ਸਿਰਫ ਇਹਨਾਂ ਇਲਜ਼ਾਮਾਂ ਦੀ ਗੱਲ ਨਹੀਂ ਕਰਨੀ ਹੋਏਗੀ, ਉਸ ਨੂੰ ਫੈਕਚੁਅਲ ਗੱਲਾਂ ਸੱਚਮੁੱਚ ਕਰਨੀਆਂ ਹੋਣਗੀਆਂ ਜੇ ਉਹ ਸੱਚਮੁੱਚ ਚਾਹੁੰਦੀ ਹੈ ਕਿ ਇਹ ਜਿਹੜਾ ਵੱਡਾ ਇੱਕ ਸਮੱਸਿਆ ਜਿਹੜੀ ਪੰਜਾਬ ਦੇ ਵਿੱਚ ਹੈ ਭਾਵੇਂ ਜਿੰਨੀ ਵੀ ਹੈ, ਛੋਟੀ ਹੈ ਜਾਂ ਵੱਡੀ ਹੈ, ਉਹ ਉਸ ਨੂੰ ਕਿਤੇ ਨਾ ਕਿਸੇ ਜੇ ਪਾਰ ਪਾਇਆ ਜਾਣਾ, ਉਸ ਨੂੰ ਦੂਰ ਕਰਨਾ ਤਾਂ ਇਹ ਬਹੁਤ ਵੱਡੀ ਚੁਣੌਤੀ ਉਸ ਦੇ ਲਈ ਰਹਿਣ ਵਾਲੀ ਹੈ। ਜੀ ਬਿਲਕੁਲ, ਮੁੱਦਿਆਂ ਦਾ ਵੀ ਜ਼ਿਕਰ ਹੈ ਤੇ ਨਾਲ ਵਿਧਾਨ ਸਭਾ ਸੀਟਾਂ ਦਾ ਜ਼ਿਕਰ ਵੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਹਾਈ ਪ੍ਰੋਫਾਈਲ ਇਸ ਵਾਰੀ ਚੋਣਾਂ ਸਿਰਫ ਇਸ ਕਰਕੇ ਇੰਟਰਸਟਿੰਗ ਨਹੀਂ ਸੀ ਕਿ ਇੱਕ ਹੋਰ ਨਵੀਂ ਪਾਰਟੀ ਆ ਕੇ ਪੰਜਾਬ ਦੇ ਵਿੱਚ ਆਪਣਾ ਪੈਰ ਜਮਾਉਣ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆਈ ਲੋਕ ਸਭਾ ਚੋਣਾਂ ਤੋਂ ਬਾਅਦ, ਬਲਕਿ ਇੰਟਰਸਟਿੰਗ ਇਸ ਕਰਕੇ ਵੀ ਹੋਇਆ ਕਿਉਂਕਿ ਇਹ ਪਹਿਲਾ ਮੌਕਾ ਸੀ ਜਦੋਂ ਮੁੱਖ ਮੰਤਰੀ ਵਰਸਸ ਸਾਬਕਾ ਮੁੱਖ ਮੰਤਰੀ, ਜੇਕਰ ਬਲਵਿੰਦਰ ਮੈਂ ਗਲਤ ਨਹੀਂ ਤਾਂ ਇਹ ਪਹਿਲਾ ਹੀ ਮੌਕਾ ਸੀ ਜਦੋਂ ਅਜਿਹੀ ਫਾਈਟ ਲੰਬੀ ਦੇ ਵਿੱਚ ਦੇਖਣ ਨੂੰ ਮਿਲੀ ਹੈ। ਨਤੀਜੇ ਕੀ ਹੋਣਗੇ ਉਸ ਸੀਟ ਉੱਤੇ, ਉਹ ਚਾਹੇ ਲੰਬੀ ਦਾ ਅਸੀਂ ਜ਼ਿਕਰ ਕਰੀਏ ਹਾਈ ਪ੍ਰੋਫਾਈਲ ਸੀਟ ਹੋਈ, ਜਲਾਲਾਬਾਦ ਹਾਈ ਪ੍ਰੋਫਾਈਲ ਬਣ ਗਈ, ਮਜੀਠਾ, ਉਸ ਤੋਂ ਬਾਅਦ ਪਟਿਆਲਾ, ਲਹਿਰਾ ਕਾਗਾ, ਬਹੁਤ ਸਾਰੀਆਂ ਸੀਟਾਂ ਅਜਿਹੀਆਂ ਨੇ ਜਿਨ੍ਹਾਂ ਉੱਤੇ ਸਿਰਫ ਪੰਜਾਬ ਦੀ ਆਵਾਮ ਦਾ ਹੀ ਜਿਹੜਾ ਫੋਕਸ ਹੈ ਨਜ਼ਰਾਂ ਨਹੀਂ ਰਹਿਣਗੀਆਂ ਬਲਕਿ ਜਿਹੜੇ ਬਾਹਰ ਦੇ ਲੋਕ ਵੀ ਨੇ ਉਹ ਵੀ ਜਾਣਨਾ ਚਾਹੁੰਦੇ ਨੇ ਕਿ ਲੰਬੀ ਸੀਟ ਤੇ ਕੀ ਹੋਇਆ ਜਾਂ ਫਿਰ ਮਜੀਠਾ ਸੀਟ ਤੇ ਕੀ ਹੋਏਗਾ, ਜਲਾਲਾਬਾਦ ਦੇ ਵਿੱਚ ਕੀ ਹੋਏਗਾ ਕਿਉਂਕਿ ਬਹੁਤ ਕਰੜੀ ਟੱਕਰ ਹੈ। ਮੁੱਦਿਆਂ ਦੇ ਨਾਲ ਜ਼ਿਕਰ ਜਿਹੜੀਆਂ ਇਹ ਸੀਟਾਂ ਇਹਨਾਂ ਦਾ ਵੀ ਹੋਵੇਗਾ। ਜੀ ਬਿਲਕੁਲ ਗੌਰਵ, ਇਸ ਤੋਂ ਪਹਿਲਾਂ ਜਿਹੜੀ ਚੋਣ ਹੁੰਦੀ ਸੀ ਅਸੀਂ ਦੇਖਦੇ ਸੀ ਹਮੇਸ਼ਾ ਜਿਹੜੇ ਵੀਆਈਪੀ ਇਹ ਜਿਹੜੇ ਆਗੂ ਹੁੰਦੇ ਸੀ, ਬਹੁਤ ਜਿਹੜੇ ਵੱਡੇ ਚਿਹਰੇ ਮੰਨੇ ਜਾਂਦੇ ਸੀ ਪੰਜਾਬ ਦੇ, ਇਹਨਾਂ ਦਾ ਇੱਕ ਸ਼ੋਰ ਮੰਨਿਆ ਜਾਂਦਾ ਸੀ ਕਿ ਇਹ ਜਿੱਥੋਂ ਵੀ ਖੜੇ ਹੋ ਗਏ ਇਹ ਜਿੱਤਣਗੇ। ਪਰ ਇਸ ਵਾਰ ਜੋ ਕੁਝ ਹੋਇਆ ਜਿਸ ਤਰ੍ਹਾਂ ਦੇ ਨਾਲ ਇੱਕ ਦਿੱਗਜ ਵਰਸਸ ਦੂਸਰਾ ਦਿੱਗਜ ਖੜਾ ਹੋ ਗਿਆ, ਵੱਡੇ ਚਿਹਰੇ ਇੱਕ ਦੂਜੇ ਦੇ ਖਿਲਾਫ ਆ ਕੇ ਖੜੇ ਹੋਏ, ਇਸ ਨੇ ਜਿਹੜਾ ਪੰਜਾਬ ਦੀ ਚੋਣਾਂ ਨੂੰ ਮੇਰੇ ਖਿਆਲ ਸਾਰੇ ਜਿੰਨੇ 5 ਸੂਬਿਆਂ ਦੀ ਚੋਣਾਂ ਹੋਣੇ ਸਭ ਤੋਂ ਇੰਟਰਸਟਿੰਗ ਇਸ ਕਰਕੇ ਵੀ ਬਣਾ ਦਿੱਤਾ ਕਿਉਂਕਿ ਵੀਆਈਪੀ ਸੀਟਸ ਦੇ ਉੱਪਰ ਵੀਆਈਪੀ ਵਰਸਸ ਵੀਆਈਪੀ ਦਾ ਮੁਕਾਬਲਾ ਹੋਇਆ ਤੇ ਹੁਣ ਇਸ ਮੁਕਾਬਲੇ 'ਚ ਜੇ ਇੱਕ ਸ਼ਖਸ ਜਿੱਤੇਗਾ ਤਾਂ ਦੂਸਰੇ ਵੀਆਈਪੀ ਨੂੰ ਹਾਰਨਾ ਵੀ ਹੋਏਗਾ। ਜੀ ਬਿਲਕੁਲ, ਲਾਜ਼ਮੀ ਤੌਰ ਤੇ ਜਿੱਤ ਤਾਂ ਇੱਕ ਹੀ ਉਮੀਦਵਾਰ ਦੀ ਹੋਏਗੀ। ਵੱਡੇ ਜਿਹੜੇ ਧੁਰੰਧਰ ਨੇ ਉਹ ਮੈਦਾਨ ਦੇ ਵਿੱਚ ਨੇ। ਜੇਕਰ ਅਸੀਂ ਕੁਝ ਸੀਟਾਂ ਦਾ ਜ਼ਿਕਰ ਕਰੀਏ ਤਾਂ ਸਭ ਤੋਂ ਇੰਪੋਰਟੈਂਟ ਲੰਬੀ ਸੀਟ ਜ਼ਰੂਰ ਹੋਵੇਗੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਹੁੰਕਾਰ ਇਸ ਵਾਰੀ ਭਰੀ। ਉੱਥੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਤਕਰੀਬਨ 1997 ਤੋਂ ਜਿੱਤਦੇ ਆ ਰਹੇ ਨੇ ਤੇ ਉਧਰ ਜਲਾਲਾਬਾਦ ਸੀਟ ਦਾ ਵੀ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਲਗਾਤਾਰ ਉੱਥੋਂ ਜਿੱਤ ਹਾਸਲ ਕੀਤੀ ਹੈ। ਇਸ ਵਾਰ ਉਹਨਾਂ ਦੇ ਸਾਹਮਣੇ ਕਾਂਗਰਸ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਉਤਾਰ ਦਿੱਤਾ ਗਿਆ, ਭਗਵੰਤ ਮਾਨ ਵੀ ਮੈਦਾਨ 'ਚ ਨੇ। ਬਹੁਤ ਸਾਰੀਆਂ ਅਜਿਹੀਆਂ ਸੀਟਾਂ ਨੇ ਜਿਨ੍ਹਾਂ ਉੱਤੇ ਨਜ਼ਰ ਲਾਜ਼ਮੀ ਤੌਰ ਤੇ ਰਹੇਗੀ।